ਸਤਿ ਸ਼੍ਰੀ ਅਕਾਲ, ਨਮਸਤੇ। ਵੈਲਕਮ ਬੈਕ ਟੂ ਦਿਲ ਦੀਆਂ ਗੱਲਾਂ ਮਾਈਂਡਫੁਲ ਮੰਡੇਜ਼। ਪਿਛਲੇ ਹਫ਼ਤੇ ਸੁਨੀਲ ਤੇ ਚਾਹਤ ਨੇ ਓਵਰਥਿੰਕਿੰਗ ਬਾਰੇ ਗੱਲ ਕੀਤੀ ਸੀ। ਅੱਜ ਅਸੀਂ ਓਵਰਥਿੰਕਿੰਗ ਬਾਰੇ ਵੀ ਗੱਲ ਕਰਨੀ ਆ ਤੇ ਸਕੂਨ ਬਾਰੇ, ਕਾਮਨੈਸ, ਇਨਰ ਪੀਸ ਬਾਰੇ ਗੱਲ ਕਰਨੀ ਆ। ਓਵਰਥਿੰਕਿੰਗ ਤਾਂ ਆਮ ਤੌਰ ਤੇ ਇਨਸਾਨ ਕਦੀ ਨਾ ਕਦੀ ਆਪਣੀ ਲਾਈਫ ਦੇ ਵਿੱਚ ਕਰਦਾ ਹੀ ਆ। ਜਦੋਂ ਸਾਨੂੰ ਕਿਤੇ ਸਟ੍ਰੈਸ ਹੁੰਦੀ ਆ, ਕੋਈ ਮੁਸੀਬਤ ਆ ਜਾਂਦੀ ਲਾਈਫ ਦੇ ਵਿੱਚ, ਕੋਈ ਸਦਮਾ ਲੱਗਦਾ, ਉਹਦੇ ਨਾਲ ਦਿਮਾਗ ਚੱਲਦਾ ਹੈ। ਇਹਦੀ ਜੌਬ ਆ ਚੱਲਣ 'ਚ, ਜਿੱਦਾਂ ਸਾਹ ਲੈਣ ਦੀ ਜੌਬ ਆ, ਲੰਗਸ ਦੀ ਜੌਬ ਆ ਸਾਹ ਲੈਣੀ, ਦਿਮਾਗ ਦੀ ਵੀ ਜੌਬ ਹੈਗੀ ਆ ਇੱਕ ਕਿਸਮ 'ਚੋਂ, ਇੱਕ ਪਾਸੇ 'ਚੋਂ ਸੋਚਣਾ। ਤਾਂ ਸੋ ਜਿਹੜੀ ਓਵਰ ਥਿੰਕਿੰਗ ਆ, ਹਾਂ ਇਨਸਾਨ ਕਰ ਸਕਦਾ ਕਿਸੇ ਨਾ ਕਿਸੇ ਵੇਲੇ ਆਪਣੀ ਲਾਈਫ ਦੇ ਵਿੱਚ, ਤਾਂ ਉਹ ਪ੍ਰੋਬਲਮ ਵੀ ਬਣ ਸਕਦੀ ਆ। ਆਮ ਤੌਰ 'ਤੇ ਇਨਸਾਨ ਦੇ ਦਿਮਾਗ ਦੇ ਵਿੱਚ ਰਿਸਰਚ ਦਿਖਾ ਰਹੀ ਆ ਕਿ 50 ਤੋਂ 70 ਹਜ਼ਾਰ ਸੋਚਾਂ ਆਉਂਦੀਆਂ, 50 to 70,000 ਥਾਟਸ ਅ ਡੇ। ਇੱਕ ਦਿਨ ਦੇ ਵਿੱਚ 50 ਤੋਂ 70 ਹਜ਼ਾਰ ਸੋਚਾਂ ਆਉਂਦੀਆਂ। ਤਕਰੀਬਨ ਫਿਰ ਹਰੇਕ ਸੈਕਿੰਡ ਇੱਕ ਸੋਚ ਆਉਂਦੀ ਦਿਮਾਗ ਦੇ ਵਿੱਚ। ਸੋਚ ਦੇ ਨਾਲ ਇੱਕ ਜਜ਼ਬਾਤ ਵੀ ਹੋਣਾ। ਤਾਂ ਜਿਹੜਾ ਸਾਡਾ ਦਿਮਾਗ ਆ ਉਹ ਮੂਵੀਆਂ ਵੀ ਬਣਾਉਂਦਾ, ਫਿਲਮ ਵੀ ਦਿਖਾਉਂਦਾ ਸਾਨੂੰ। ਸੋ ਇੱਕ ਤਾਂ ਸੋਚਾਂ ਵੀ ਆਉਂਦੀਆਂ, ਜਜ਼ਬਾਤ ਵੀ ਆਉਂਦੇ ਆ, ਤਾਂ ਫਿਲਮ ਵੀ ਬਣ ਜਾਂਦੀ ਆ। ਕੋਈ ਚੰਗੀ ਸੋਚ ਹੋਊਗੀ ਤੇ ਚੰਗੀ ਫਿਲਮ ਦਿਖਾਊਗਾ, ਫੀਲਿੰਗ ਵੀ ਚੰਗੀ ਆਊਗੀ। ਕੋਈ ਮਾੜੀ ਸੋਚ ਹੈ ਤਾਂ ਮਾੜੀ ਫਿਲਮ ਵੀ ਆ ਸਕਦੀ, ਉਸ ਹਿਸਾਬ ਨਾਲ ਫੀਲਿੰਗ ਆਊਗੀ। ਸੋ ਜੇ ਇਹ ਕੁਛ ਸਾਡੇ ਅੰਦਰ ਚੱਲ ਰਿਹਾ, ਤਾਂ ਫਿਰ ਆਪਾਂ ਇਨਰ ਪੀਸ ਕਿੱਦਾਂ ਲੱਭ ਸਕਦੇ ਹਾਂ? ਇਨਰ ਪੀਸ ਆਪਾਂ ਆਪਣੀ ਲਾਈਫ ਦੇ ਵਿੱਚ ਕਿਵੇਂ ਲਿਆ ਸਕਦੇ ਹਾਂ? ਜਦੋਂ ਆਪਾਂ ਇਨਰ ਪੀਸ ਬਾਰੇ ਗੱਲ ਕਰਦੇ, ਆਮ ਤੌਰ 'ਤੇ ਦੁਨੀਆ 'ਚ ਇੱਕ ਲਫ਼ਜ਼ ਆਉਂਦਾ ਆ, ਮੈਡੀਟੇਸ਼ਨ। ਜਦੋਂ ਮੈਡੀਟੇਸ਼ਨ ਬਾਰੇ ਆਪਾਂ ਸੋਚਦੇ, ਸਾਨੂੰ ਇੱਦਾਂ ਲੱਗਦਾ ਕਿ ਕੋਈ ਇਕੱਲਾ ਬੈਠਾ ਆ, ਚੁੱਪ ਕਰਕੇ ਬੈਠਾ, ਤਾਂ ਉਹਦੇ ਅੰਦਰ ਕੋਈ ਸੋਚ ਨਹੀਂ, ਉਹਦੇ ਅੰਦਰ ਕੋਈ ਜਜ਼ਬਾਤ ਨਹੀਂ ਹੈ, ਬਸ ਬੈਠਾ ਹੀ ਆ, ਸਾਹ ਲੈ ਰਿਹਾ। ਪਰ ਇਹ ਕਿੱਦਾਂ ਹੋ ਸਕਦਾ? ਅਕਸਰ ਇਨਸਾਨ ਆ, ਇਨਸਾਨ ਦਾ ਸਰੀਰ ਆ, ਸੋਚ ਵੀ ਹੋਣੀ ਆ, ਜਜ਼ਬਾਤ ਵੀ ਹੋਣੇ ਆ, ਉਹ ਤਾਂ ਆਉਣੇ ਹੀ ਆ, ਸਾਡੇ ਸਰੀਰ ਦੇ ਵਿੱਚ ਆ। ਸੋਚਾਂ ਤਾਂ ਕਈ ਆਉਂਦੀਆਂ ਦਿਨ ਦੇ ਵਿੱਚ, ਕਿ ਮੇਰੇ ਬੱਚਿਆਂ ਨੇ ਸਕਸੈਸਫੁਲ ਹੋਣਾ, ਨਹੀਂ ਹੋਣਾ, ਕੰਮ ਦੇ ਵਿੱਚ ਮੈਂ ਕੀ ਕਰਨਾ, ਐਨੀਥਿੰਗ, ਪੈਂਡੈਮਿਕ ਹੈ ਕਦੋਂ ਮੁੱਕਣਾ, ਉਹਨਾਂ ਨੇ ਤਾਂ ਆਉਣਾ। ਉਹਦੇ ਨਾਲ ਫੀਲਿੰਗਸ ਵੀ ਆਉਗੇ, ਤਾਂ ਉਹ ਫਿਲਮ ਵੀ ਚੱਲਦੀ ਰਹੂਗੀ। ਅਸਲੀਅਤ ਦੇ ਵਿੱਚ ਜੇ ਆਪਾਂ ਇਨਰ ਪੀਸ ਲੱਭਣੀ ਆ, ਤਾਂ ਇਸ ਚੀਜ਼ਾਂ ਦੇ ਵਿੱਚੋਂ ਸਾਨੂੰ ਮਾੜਾ ਜਿਹਾ ਡਿਸਟੈਂਸ ਬਣਾਉਣਾ ਪੈਣਾ, ਇਹਨਾਂ ਤੋਂ ਫਰਕ ਬਣਾਉਣਾ ਪੈਣਾ। ਫਿਰ ਆਪਾਂ ਇਹਨਾਂ ਨੂੰ ਓਬਜ਼ਰਵ ਕਰ ਸਕਦੇ ਹਾਂ। ਨਹੀਂ ਤਾਂ ਆਪਾਂ ਇਸ ਚੀਜ਼ਾਂ ਦੇ ਵਿੱਚ, ਸੋਚਾਂ ਦੇ ਵਿੱਚ ਡੁੱਬ ਸਕਦੇ ਹਾਂ, ਆਪਣੇ ਆਪ ਨੂੰ ਗਵਾ ਸਕਦੇ ਹਾਂ। ਤਾਂ ਪਿਛਲੇ ਹਫ਼ਤੇ ਸੁਨੀਲ ਗੱਲ ਕਰ ਰਹੇ ਸੀਗੇ, ਜੇ ਜ਼ਿਆਦਾ ਸੋਚਾਂ ਹੁੰਦੀ, ਓਵਰ ਥਿੰਕਿੰਗ ਹੁੰਦੀ, ਤੁਸੀਂ ਕਿਸੇ ਦੇ ਨਾਲ ਬੈਠੇ ਆ ਜਾਂ ਕਿੰਨਿਆਂ ਨਾਲ ਬੈਠੇ ਆ, ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਤੁਹਾਡੇ ਨਾਲ ਗੱਲਾਂ ਕਰਦੇ ਜਾਂ ਨਹੀਂ ਕਰਦੇ। ਆਪਾਂ ਆਪਣੇ ਦਿਮਾਗ ਦੇ ਵਿੱਚ ਗੁਆਚੇ ਹੁੰਦੇ ਆ। ਸੋ ਜੇ ਆਪਾਂ ਉਸ ਚੀਜ਼ ਤੋਂ ਡਿਸਟੈਂਸ ਬਣਾ ਸਕਦੇ ਹਾਂ, ਜਿਹੜੀ ਫਿਲਮ ਸਾਡੇ ਅੰਦਰ ਚੱਲ ਰਹੀ ਆ, ਉਹ ਤੋਂ ਮਾੜਾ ਜਿਹਾ ਦੂਰ ਬੈਠ ਕੇ ਉਹਨਾਂ ਨੂੰ ਦੇਖ ਸਕਦੇ ਹਾਂ, ਫਿਰ ਆਪਾਂ ਇੰਨਾ ਗੁਆਚਦੇ ਨਹੀਂ ਹੈ ਆਪਣੇ ਅੰਦਰ। ਆਪਾਂ ਦੁਨੀਆ 'ਚ ਵੀ ਹੋ ਸਕਦੇ, ਅੰਦਰ ਵੀ ਆਪਾਂ ਪਰਖ ਸਕਦੇ ਕਿ ਕੀ ਹੋ ਰਿਹਾ, ਤਾਂ ਅੰਦਰੋਂ ਫਿਰ ਇਨਰ ਪੀਸ ਵੀ ਆਉਂਦਾ। ਸੋ ਹੁਣ ਆਪਾਂ ਫਿਲਮ ਦੇਖਦੇ ਹਾਂ। ਇਹਦੀ ਐਨਾਲੋਜੀ ਆਪਾਂ ਯੂਜ਼ ਕਰਦੇ। ਫਰਜ਼ ਕਰੋ ਕਿ ਤੁਸੀਂ ਥੀਏਟਰ 'ਚ ਬੈਠੇ, ਇੱਕ ਸਿਨੇਮਾ 'ਚ ਬੈਠੇ, ਵੱਡਾ ਸਾਰਾ ਥੀਏਟਰ ਹੈ, ਤਾਂ ਤੁਸੀਂ ਉੱਥੇ ਬੈਠੇ ਆ ਸੀਟ ਦੇ ਵਿੱਚ, ਮੂਹਰੇ ਤੁਹਾਡੇ ਇੱਕ ਸਕਰੀਨ ਆ। ਉਹ ਸਕਰੀਨ ਦੇ ਵਿੱਚ 3 ਪ੍ਰੋਜੈਕਟਰ ਚੱਲ ਰਹੇ ਆ, 3 ਪ੍ਰੋਜੈਕਟਰਾਂ ਦੀ ਫਿਲਮ ਚੱਲ ਰਹੀ ਆ। ਇੱਕ ਪਿਛਲਾ ਜਿਹੜਾ ਪਾਸਟ ਆ ਤੁਹਾਡਾ, ਇੱਕ ਅਗਲਾ ਜਿਹੜਾ ਫਿਊਚਰ ਆ, ਤਾਂ ਇੱਕ ਹੈਗਾ ਪ੍ਰੈਜ਼ੈਂਟ ਜਿਹੜਾ ਹੁਣ ਦਾ ਸਮਾਂ ਆ। ਜਿਹੜਾ ਪਿਛਲੀ ਫਿਲਮ ਦਿਖਾ ਰਹੇ ਆ, ਉਹਦੇ ਵਿੱਚ ਮੈਮਰੀਜ਼ ਆ, ਕਈ ਫੀਲਿੰਗਸ ਆ ਜਿਹੜੇ ਪਿੱਛੇ ਆਉਂਦੀਆਂ, ਸਦਮੇ ਆ, ਤਾਂ ਉਹ ਮੁੜ ਕੇ ਬਾਰ-ਬਾਰ ਉਹ ਫਿਲਮ ਦਿਖਾ ਰਿਹਾ। ਹੁਣ ਜਿਹੜੇ ਫਿਊਚਰ ਵਾਲਾ ਆ, ਉਹ ਜਿਹੜੀ ਫਿਲਮ ਆ, ਉਹ ਤੁਹਾਨੂੰ ਦਿਖਾ ਰਹੀ ਤੁਹਾਡੇ ਗੋਲਸ ਕੀ ਆ, ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਚਾਹੁੰਦੇ ਆਪਣੇ ਲਈ। ਤੇ ਡਰ ਵੀ, ਜਿਹੜੇ ਫਿਊਚਰ ਦੇ ਵਿੱਚ ਡਰ ਹੁੰਦੇ ਆ, ਉਹ ਫਿਲਮ ਬਾਰ-ਬਾਰ ਉਹ ਚਲਾ ਰਿਹਾ। ਤੇ ਇੱਕ ਹੋਰ ਫਿਲਮ ਹੈਗੀ ਆ ਜਿਹੜੀ ਬਸ ਇਸ ਸਮੇਂ ਦੀ ਆ, ਆਹ ਮੂਮੈਂਟ ਦੀ। ਹੁਣ ਤੁਸੀਂ ਮੂਹਰੇ ਤੁਹਾਡੇ ਸਕਰੀਨ ਆ, ਇਹ 3 ਫਿਲਮਾਂ ਚੱਲਦੀਆਂ, ਤਾਂ ਉਹਦੇ ਸਾਹਮਣੇ ਮੈਂ ਖੜੀ ਆ, ਤੇ ਮੈਂ ਹੈਗੀ ਤੁਹਾਡੀ ਈਗੋ। ਅੰਦਰ ਜਿਹੜੇ ਸਾਡੇ ਦਿਮਾਗ ਦੇ ਵਿੱਚ ਈਗੋ ਆ, ਉਹ ਸਾਰੀਆਂ ਚੀਜ਼ਾਂ ਤੇ ਕਮੈਂਟ ਕਰਦਾ, ਆਹ ਚੀਜ਼ ਮਾੜੀ, ਆਹ ਚੀਜ਼ ਚੰਗੀ, ਉਹ ਚੀਜ਼ ਵੱਡੀ, ਉਹ ਚੀਜ਼ ਛੋਟੀ, ਸਾਰੀਆਂ ਚੀਜ਼ਾਂ ਤੇ ਕਮੈਂਟ ਕਰਦਾ। ਆਹ ਨਹੀਂ ਕਰਨਾ ਸੀ, ਕੰਪੇਅਰ ਕਰਦਾ, ਉਹਨੇ ਇੱਦਾਂ ਕੀਤਾ, ਮੈਂ ਇੱਦਾਂ ਕੀਤਾ, ਤੂੰ ਫੇਲੀਅਰ ਆ, ਤੂੰ ਬੜਾ ਵੱਡਾ ਬੰਦਾ ਆ, ਜੋ ਵੀ ਹੈ। ਈਗੋ ਨੇ ਹਰੇਕ ਚੀਜ਼ ਤੇ ਕਮੈਂਟ ਕਰਨਾ। ਹੁਣ ਫਰਜ਼ ਕਰੋ ਕਿ ਮੈਂ ਤੁਹਾਡੀ ਈਗੋ ਆ, ਤਾਂ ਮੈਂ ਸਾਹਮਣੇ ਸਕਰੀਨ ਤੇ ਖੜੀ ਆ, ਤਾਂ ਤੁਸੀਂ ਥੀਏਟਰ ਦੇ ਵਿੱਚ ਆਏ, ਤਾਂ ਜਿਹੜੀ ਮੋਰਲੀ ਸੀਟ ਆ, ਤੁਸੀਂ ਮੋਰਲੀ ਸੀਟ ਤੇ ਬਹਿ ਗਏ। ਪਿੱਛੇ ਜਿਹੜੇ ਥੀਏਟਰ ਦੀ ਡੋਰਾਂ ਸੀ, ਉਹ ਬੰਦ ਆ, ਜਿੰਨੇ ਦਰਵਾਜ਼ੇ ਸਾਰੇ ਬੰਦ ਆ, ਤਾਂ ਤੁਸੀਂ ਮੇਰੇ ਐਨ ਸਾਹਮਣੇ ਬੈਠੇ ਆ।
ਤੇ ਮੈਂ ਤੁਹਾਨੂੰ ਜੋ ਵੀ ਕਹੀ ਜਾਵਾਂ, ਜਿਹੜੀ ਮਰਜ਼ੀ ਸਟੋਰੀ ਦੱਸੀ ਜਾਵਾਂ, ਭਾਵੇਂ ਪਿਛਲੀ ਆ, ਭਾਵੇਂ ਅੱਗੇ ਦੀ ਆ, ਜੋ ਵੀ ਮੇਰੇ ਕਮੈਂਟ ਆ, ਜੱਜਮੈਂਟ ਆ, ਤੁਹਾਨੂੰ ਮੈਂ ਦੱਸੀ ਜਾਵਾਂ, ਤੁਹਾਨੂੰ ਸਿਰਫ ਤੋਂ ਸਿਰਫ ਮੇਰੀ ਆਵਾਜ਼ ਸੁਣਦੀ ਆ, ਮੇਰੀ ਮੂਵੀ ਦੱਸਦੀ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ। ਕਰਕੇ ਤੁਸੀਂ ਮੇਰੇ ਇੰਨੇ ਨੇੜੇ ਬੈਠੇ ਆ ਤਾਂ ਡੋਰਿਆਂ ਪਿੱਛੋਂ ਬੰਦ ਆ, ਤਾਂ ਹੋਰ ਕੋਈ ਆਵਾਜ਼ ਹੀ ਨਹੀਂ ਆ ਰਹੀ, ਹੋਰ ਕੋਈ ਨਵਾਂ ਐਕਸਪੀਰੀਅੰਸ ਨਹੀਂ ਆ ਰਿਹਾ, ਸਿਰਫ ਤੁਹਾਡੀ ਈਗੋ ਦਾ ਆ ਰਿਹਾ, ਮੇਰਾ ਆ ਰਿਹਾ। ਤਾਂ ਮੈਂ ਜਿੱਥੇ ਮਰਜ਼ੀ ਤੁਹਾਨੂੰ ਦੱਸੀ ਜਾਵਾਂ, ਜਿਹੜੀ ਮਰਜ਼ੀ ਸੋਚ ਹੈ, ਤੁਸੀਂ ਬਸ ਇਹੀ ਦੇਖ ਰਹੇ ਹੋ। ਦਿਮਾਗ ਵੀ ਬੰਦ, ਫਿਰ ਕਰਕੇ ਡੋਰਾ ਬੰਦ ਆ, ਦਿਮਾਗ ਬੰਦ, ਕੁਛ ਨਵਾਂ ਆ ਨਹੀਂ ਸਕਦਾ, ਦਿਲ ਬੰਦ, ਕੋਈ ਨਵਾਂ ਐਕਸਪੀਰੀਅੰਸ ਨਹੀਂ ਆ ਸਕਦਾ। ਆਪਾਂ ਇੰਨੇ ਕੋਲ ਬੈਠੇ ਆ, ਮੇਰੀ ਆਵਾਜ਼ ਸੁਣਦੀ, ਜੋ ਵੀ ਮੈਂ ਤੁਹਾਨੂੰ ਵੇਚਣਾ ਮੈਂ ਵੇਚ ਸਕਦੀ ਹਾਂ, ਭਾਵੇਂ ਚੰਗਾ ਭਾਵੇਂ ਮਾੜਾ। ਹੁਣ ਫਰਜ਼ ਕਰੋ ਤੁਸੀਂ ਉਹੀ ਥੀਏਟਰ ਦੇ ਵਿੱਚ ਐਨ ਪਿਛਲੀ ਸੀਟ 'ਚ ਬੈਠੇ ਆ, ਮੈਂ ਤਾਂ ਬਹੁਤ ਦੂਰ ਹੋ ਕੇ ਮੇਰੇ ਤੋਂ ਬੈਠੇ ਆ, ਮੈਂ ਫਿਰ ਵੀ ਈਗੋ ਮੈਂ ਸਾਹਮਣੇ ਖੜੀ ਆ, ਤਾਂ ਤੁਸੀਂ ਬਹੁਤ ਪਿੱਛੇ ਹੋ ਕੇ ਬਹਿ ਗਏ। ਜਿਹੜੀਆਂ ਡੋਰਾਂ ਆ ਸਿਨੇਮਾ ਦੀ, ਥੀਏਟਰ ਦੀਆਂ, ਉਹ ਖੁੱਲੀਆਂ ਆ। ਸੋ ਜਿਹੜਾ ਆਲੇ ਦੁਆਲੇ ਬਾਹਰ ਵੀ ਚੱਲ ਰਿਹਾ, ਜੋ ਵੀ ਚੱਲ ਰਿਹਾ ਦੁਨੀਆ 'ਚ, ਉਹ ਵੀ ਤੁਹਾਨੂੰ ਹੁਣ ਸੁਣ ਰਿਹਾ। ਮੈਂ ਫਿਰ ਵੀ ਮੋਹਰੇ ਬੈਠੀ, ਮੈਂ ਫਿਰ ਵੀ ਜੱਜਮੈਂਟ ਕਰ ਰਹੀ ਹਾਂ, ਪਿਛਲੀਆਂ ਗੱਲਾਂ ਬਾਰ-ਬਾਰ ਤੁਹਾਨੂੰ ਉਹ ਫਿਲਮ ਦਿਖਾ ਰਹੀ ਹਾਂ, ਅਗਲੇ ਤੁਹਾਡੇ ਡਰ ਮੈਂ ਤੁਹਾਨੂੰ ਬਾਰ-ਬਾਰ ਦਿਖਾ ਰਹੀ ਹਾਂ। ਪਰ ਹੁਣ ਤੁਸੀਂ ਮੇਰੇ ਤੋਂ ਬਹੁਤ ਦੂਰ ਆ, ਤਾਂ ਬਹੁਤ ਦੂਰ ਬੈਠ ਕੇ ਆਹ ਦਰਵਾਜ਼ੇ ਜਿਹੜੇ ਦਿਮਾਗ ਦੇ ਵੀ ਤੇ ਦਿਲ ਦੇ ਵੀ ਖੁੱਲ੍ਹੇ ਆ। ਹੁਣ ਜਦੋਂ ਵੀ ਕੋਈ ਨਵੀਂ ਸੋਚ ਆਉਣੀ ਆ ਜਾਂ ਨਵਾਂ ਐਕਸਪੀਰੀਅੰਸ ਆਉਣਾ, ਤੁਸੀਂ ਉੱਥੇ ਬੈਠੇ ਆ, ਉਸ ਚੀਜ਼ ਪਹਿਲਾਂ ਤੁਹਾਡੇ ਕੋਲ ਦੀ ਜਾਊਗੀ। ਉਹ ਤੁਸੀਂ ਉਹਨੂੰ ਦੇਖ ਸਕਦੇ ਕਿ ਮੇਰੇ ਕੋਲ ਦੀ ਕੀ ਚੱਲ ਰਿਹਾ, ਉਹਨੂੰ ਵੀ ਦੇਖ ਸਕਦੇ ਕਿ ਆਹ ਨਵੀਂ ਸੋਚ ਆ ਰਹੀ ਆ, ਆਹ ਨਵਾਂ ਐਕਸਪੀਰੀਅੰਸ ਆ ਰਿਹਾ, ਆਹ ਲਾਈਫ ਦੇ ਵਿੱਚ ਹੋ ਰਿਹਾ। ਤਾਂ ਉਹਦੇ ਮੇਰੇ ਬਹੁਤ ਅੱਗੇ ਜਾ ਕੇ ਉਹ ਮੇਰੀ ਈਗੋ ਵੀ ਬੋਲ ਰਹੀ ਆ। ਪਰ ਹੁਣ ਕਰਕੇ ਮੈਂ ਈਗੋ ਤੋਂ ਪਰੇ ਹੋ ਕੇ ਬੈਠੀ ਆ, ਜੇ ਬੈਠਾ ਆ, ਉਹਦੀ ਜਿਹੜੀ ਕਹਾਣੀ ਆ ਉਹ ਸਭ ਤੋਂ ਵੱਡੀ ਨਹੀਂ ਹੈ ਮੇਰੇ ਦਿਮਾਗ ਦੇ ਵਿੱਚ। ਹੁਣ ਸਾਰਾ ਕੁਛ ਆ, ਮੈਂ ਸਾਰੀਆਂ ਚੀਜ਼ਾਂ ਨੂੰ ਇੱਥੇ ਪਿੱਛੇ ਬੈਠ ਕੇ, ਵੱਡੀ ਸਾਰੀ ਹੁਣ ਮੇਰੀ ਵਿਊ ਆ। ਜਦੋਂ ਆਪਾਂ ਕੋਲ ਬੈਠਦੇ ਪਹਿਲੀ ਸੀਟ 'ਚ ਬਹਿੰਦੇ ਆ ਤਾਂ ਵਿਊ ਬਹੁਤ ਛੋਟੀ ਹੋ ਜਾਂਦੀ ਆ, ਬਸ ਉਹੀ ਦੱਸਦੀ ਸਕਰੀਨ, ਪਿਛਲਾ ਥੋੜ੍ਹਾ ਦੱਸਦਾ, ਆਲੇ ਦੁਆਲੇ ਨਹੀਂ ਦੱਸਦਾ, ਸਕਰੀਨ ਹੀ ਦੱਸਦੀ ਸਾਡੇ ਸਾਹਮਣੇ। ਹੁਣ ਆਪਾਂ ਬਹੁਤ ਪਿੱਛੇ ਹੋ ਕੇ ਬੈਠ ਕੇ, ਐਨ ਐਂਡ ਵਾਲੀ ਸੀਟ 'ਤੇ ਬੈਠ ਕੇ, ਤਾਂ ਸਾਰਾ ਕੁਛ ਦੱਸ ਰਿਹਾ, ਅੱਗੇ ਵੀ ਆਲੇ ਦੁਆਲੇ ਵੀ, ਤਾਂ ਜਿਹੜਾ ਬਾਹਰੋਂ ਵੀ ਆ ਰਿਹਾ ਉਹ ਵੀ, ਉਹਨੂੰ ਵੀ ਆਪਾਂ ਦੇਖ ਸਕਦੇ ਆ, ਆਉਂਦਾ ਜਾਂਦਾ। ਹੁਣ ਇੰਨਾ ਜਦੋਂ ਆਪਾਂ ਡਿਸਟੈਂਸ ਕਰ ਲਈਦਾ, ਆਪਾਂ ਉਸ ਚੀਜ਼ ਦੇ ਵਿੱਚ ਡੁੱਬ ਨਹੀਂ ਰਹੇ, ਆਪਾਂ ਉਸ ਚੀਜ਼ ਦੇ ਵਿੱਚ ਗੁਆਚੇ ਨਹੀਂ ਹੈ। ਆਹ ਜਿਹੜੇ ਸਾਡੇ ਕੋਲ ਵੀ ਬੈਠੇ ਆ, ਗੱਲਾਂ ਕਰ ਰਹੇ ਆ, ਉਹਨਾਂ ਦੀ ਆਵਾਜ਼ਾਂ ਸਾਨੂੰ ਸੁਣਦੀਆਂ ਕਰਕੇ ਆਪਾਂ ਦੂਰ ਬੈਠੇ ਆ। ਪਹਿਲੇ ਦੀ ਚੀਜ਼ ਹੈ, ਇਹ ਡਿਸਟੈਂਸ ਬਣਾਵੋ, ਸੋਚਣ ਨੂੰ ਦੇਖਣ ਲੱਗ ਪਓ, ਉਹਨਾਂ ਤੋਂ ਪਿੱਛੇ ਹੋਵੋ ਕਿ ਮੇਰੀ ਈਗੋ ਕਹਿ ਕੀ ਰਹੀ ਆ, ਧਿਆਨ ਦਿਮਾਗ ਦਾ ਮੇਰਾ ਕਿੱਥੇ ਰਹਿੰਦਾ। ਤਾਂ ਉਸ ਚੀਜ਼ਾਂ ਕਰਕੇ, ਉਸ ਧਿਆਨ ਕਰਕੇ ਜਿੱਥੇ ਸੋਚਾਂ ਰਹਿ ਰਹੀਆਂ, ਮੇਰੀ ਲਾਈਫ 'ਤੇ, ਮੇਰੇ ਆਪਣੇ ਜਿਹੜੇ ਸਕੂਨ 'ਤੇ ਕੀ ਅਸਰ ਹੋ ਰਿਹਾ। ਜਦੋਂ ਤੁਸੀਂ ਇਹ ਡਿਸਟੈਂਸ ਬਣਾਓਗੇ, ਫਿਰ ਤੁਸੀਂ ਅਬਜ਼ਰਵ ਕਰ ਸਕਦੇ ਆ। ਸੋ ਪਹਿਲੀ ਚੀਜ਼ ਤਾਂ ਹੈ, ਤੁਸੀਂ ਉਹ ਡਿਸਟੈਂਸ ਬਣਾਓ। ਦੂਜੀ ਚੀਜ਼ ਹੈ ਕਿ ਆਪਣੇ ਦਿਮਾਗ ਨੂੰ, ਆਪਣੇ ਦਿਲ ਨੂੰ ਖੁੱਲ੍ਹਾ ਰੱਖੋ, ਉਹ ਦਰਵਾਜ਼ੇ ਖੁੱਲ੍ਹੇ ਰੱਖੋ। ਜਿੰਨੇ ਆਪਾਂ ਕੋਲ ਹੋ ਕੇ ਬੈਠੋਗੇ, ਅੰਦਰ ਗੁਆਚਦੇ ਆ, ਉਹ ਦਰਵਾਜ਼ੇ ਬੰਦ ਹੋ ਜਾਂਦੇ ਆ। ਡਿਸਟੈਂਸ ਬਣਾਵੋ, ਦਰਵਾਜ਼ਿਆਂ ਨੂੰ ਖੁੱਲ੍ਹੇ ਰੱਖੋ, ਤਾਂ ਜੋ ਵੀ ਆ ਰਿਹਾ, ਜੋ ਵੀ ਆ, ਜਿਹੜੀ ਮਰਜ਼ੀ ਸੋਚ ਆਵੇ, ਜਿਹੜਾ ਮਰਜ਼ੀ ਐਕਸਪੀਰੀਅੰਸ ਆਵੇ, ਉਹਨੂੰ ਜੱਜ ਨਹੀਂ ਕਰਨਾ, ਉਹਨੂੰ ਦੇਖ ਲਓ ਤੁਸੀਂ, ਉਹਨੂੰ ਅਬਜ਼ਰਵ ਕਰੋ, ਅੱਜ ਵੀ, ਕੱਲ੍ਹ ਨੂੰ ਵੀ, ਦੇਖੀ ਜਾਓ, ਰੋਜ਼ ਦੀ ਰੋਜ਼। ਤਾਂ ਫਿਰ ਤੁਹਾਨੂੰ ਟਾਈਮ ਤੋਂ ਟਾਈਮ ਇਹ ਪਤਾ ਲੱਗ ਜਾਣਾ, ਦਿਮਾਗ ਨੇ, ਸਰੀਰ ਨੇ, ਤੁਹਾਡੇ ਸਾਰੇ ਅੰਦਰੋਂ ਉਸ ਚੀਜ਼ ਨੇ ਮੰਨ ਲੈਣਾ, ਐਕਸੈਪਟ ਕਰ ਲੈਣਾ ਕਿ ਜਿਹੜੀਆਂ ਸਾਡੀਆਂ ਸੋਚਾਂ ਆ, ਜਿਹੜੇ ਸਾਡੇ ਜਜ਼ਬਾਤ ਆ, ਜਿਹੜੇ ਲਾਈਫ ਦੇ ਐਕਸਪੀਰੀਅੰਸ ਆ, ਲਾਈਫ ਦੇ ਇਵੈਂਟ ਵੀ ਆ, ਉਹ ਆਉਂਦੇ ਆ ਤਾਂ ਜਾਂਦੇ ਆ। ਜਿਹੜੀ ਸਟੋਰੀ ਸਾਡੀ ਈਗੋ ਨੇ ਉਸ ਚੀਜ਼ ਬਾਰੇ ਬਣਾ ਲਈ, ਜੇ ਮਾੜੀ ਆ, ਤਾਂ ਉਹ ਇਵੈਂਟ ਸਾਡੇ ਲਈ ਪੇਨਫੁਲ ਬਣ ਜਾਂਦਾ, ਦਰਦ ਵਾਲਾ ਬਣ ਜਾਂਦਾ। ਜੇ ਸਾਡੇ ਦਿਮਾਗ ਨੇ ਉਹੀ ਇਵੈਂਟ ਦੀ ਕੋਈ ਚੰਗੀ ਸੋਚ ਲਈ, ਤਾਂ ਉਹੀ ਇਵੈਂਟ ਸਾਡੇ ਅੰਦਰਲੇ, ਆਪਾਂ ਹੱਸ ਸਕਦੇ ਹਾਂ, ਖੇਡ ਸਕਦੇ, ਚੰਗੀ ਫੀਲਿੰਗ ਵੀ ਆ ਸਕਦੀ ਆ। ਹੁਣ ਇਹਦਾ ਇਹ ਨਹੀਂ ਮਤਲਬ ਹੈ ਕਿ ਲਾਈਫ ਦੇ ਵਿੱਚ ਬਹੁਤ ਮਾੜੀਆਂ ਵੀ ਚੀਜ਼ਾਂ ਹੋ ਸਕਦੀਆਂ ਤਾਂ ਉਹਦੇ ਬਾਰੇ ਆਪਾਂ ਕੁਝ ਚੰਗਾ ਸੋਚਾਂਗੇ। ਨੋ, ਜੇ ਕੋਈ ਮਾੜੀ ਵੀ ਆ ਤਾਂ ਸਾਨੂੰ ਕੋਈ ਉਦਾਸੀ ਵੀ ਆ, ਦੁੱਖ ਵੀ ਆ, ਜਦੋਂ ਆਪਾਂ ਆਪਣੇ ਦਿਮਾਗ ਨੂੰ ਤੇ ਸਰੀਰ ਨੂੰ ਤਾਂ ਪਿੱਛੇ ਹੋ ਕੇ ਦੇਖਣ ਲੱਗ ਪੈਂਦੇ, ਆਪਾਂ ਸਿੱਖ ਜਾਈਦਾ,
ਕਿ ਮਾੜੀਆਂ ਜਿਹੜੀਆਂ ਜਜ਼ਬਾਤ, ਜਿਹੜੀਆਂ ਸੋਚਾਂ ਹੈ, ਜੋ ਵੀ ਹੈ ਲਾਈਫ ਦੇ ਵਿੱਚ ਹੋ ਰਿਹਾ, ਉਹ ਵੀ ਆ ਕੇ ਚਲ ਜਾਂਦੀਆਂ। ਸਮਾਂ ਨਹੀਂ ਰੁਕਦਾ, ਸਮਾਂ ਤਾਂ ਚੱਲੀ ਜਾਣਾ, ਚੱਲੀ ਜਾਣਾ, ਚੱਲੀ ਜਾਣਾ, ਉਹਦੇ ਨਾਲ ਹੀ ਚੀਜ਼ਾਂ ਚੱਲੀ ਜਾਂਦੀਆਂ। ਸੋ 3 ਚੀਜ਼ਾਂ ਇਨਰ ਪੀਸ ਲਈ, 3 ਚੀਜ਼ਾਂ ਓਵਰ ਥਿੰਕਿੰਗ ਤੋਂ ਦੂਰ ਹੋਣ ਲਈ। ਇਹ ਨਹੀਂ ਕਿ ਬੰਦ ਹੋ ਜਾਓ, ਲਾਈਫ ਦੇ ਵਿੱਚ ਨਹੀਂ ਚੱਲਣੇ, ਪਰ ਤੁਹਾਨੂੰ ਪਤਾ ਲੱਗ ਜਾਓ ਕਿ ਹਾਂ ਮੈਂ ਓਵਰ ਥਿੰਕ ਕਰ ਰਿਹਾ ਕਰਕੇ ਹੁਣ ਮੈਂ ਪਿੱਛੇ ਬੈਠ ਕੇ ਇਸ ਚੀਜ਼ਾਂ ਨੂੰ ਦੇਖ ਰਿਹਾ ਕਿ ਮੇਰੀ ਸੋਚਾਂ ਕਿੱਥੇ ਕਿੱਥੇ ਬੈਠੀਆਂ, ਕਾਹਦੇ ਬਾਰੇ ਸੋਚ ਰਹੀ ਹਾਂ, ਫੀਲਿੰਗਸ ਕੀ ਆ, ਲਾਈਫ ਦੇ ਵਿੱਚ ਕੀ ਹੋ ਰਿਹਾ, ਕੀ ਅਸਰ ਰਿਹਾ, ਕਰਕੇ ਹੁਣ ਮੈਂ ਪਿੱਛੇ ਬੈਠਾ ਤਾਂ ਲਾਈਫ ਦੇ ਵਿੱਚ ਕੁਝ ਨਵਾਂ ਵੀ ਹੋ ਰਿਹਾ, ਉਹ ਵੀ ਆ ਰਿਹਾ। ਬੈਠ ਕੇ ਤੁਸੀਂ ਇਸ ਚੀਜ਼ਾਂ ਨੂੰ ਦੇਖੋ, ਅਬਜ਼ਰਵ ਕਰੋ, ਆਪਣੇ ਆਪ ਦੇ ਵਿੱਚ ਉਸ ਚੀਜ਼ ਨੂੰ ਸਮਾਂ ਦੇਵੋ। ਤੇ ਇਹ ਨਹੀਂ ਕਿ ਤੁਹਾਨੂੰ ਬੈਠ ਕੇ ਵੀ ਕਰਨਾ ਪੈਣਾ, ਤੁਸੀਂ ਜਦੋਂ ਕੰਮ ਵੀ ਕਰ ਰਹੇ ਆ ਉਦੋਂ ਵੀ ਧਿਆਨ ਦੇ ਸਕਦੇ ਕਿ ਹੁਣ ਮੇਰੀ ਸੋਚ ਕਿੱਥੇ ਆ ਤੇ ਕੀ ਚੱਲ ਰਿਹਾ, ਕਿਹੜੀ ਫਿਲਮ ਚੱਲ ਰਹੀ ਮੇਰੇ ਅੰਦਰ, ਉਸ ਤੋਂ ਮੈਂ ਮਾੜਾ ਜਿਹਾ ਦੂਰ ਹੋਵਾਂ। ਇੱਕ ਹੋਰ ਚੀਜ਼ ਹੈ ਫਿਲਮ ਬਾਰੇ, ਜਦੋਂ ਫਿਲਮ ਨਾ ਆਪਣੇ ਬਾਰੇ, ਹੁਣ ਤੁਸੀਂ ਜਿਹੜੀ ਮਰਜ਼ੀ ਮੂਵੀ ਦੇਖ ਲਓ, ਜੇ ਉਸ ਮੂਵੀ ਦੇ ਵਿੱਚ ਕੋਈ ਇਵੈਂਟ ਚੱਲ ਰਿਹਾ ਜਿਹਦੇ ਨਾਲ ਤੁਸੀਂ ਰਿਲੇਟ ਕਰ ਸਕਦੇ ਆ ਜਾਂ ਕੈਰੈਕਟਰ ਦੇ ਵਿੱਚ ਤੁਸੀਂ ਰਿਲੇਟ ਕਰ ਸਕਦੇ ਆ, ਫਿਰ ਤਾਂ ਤੁਸੀਂ ਉਸ ਮੂਵੀ ਦੇ ਵਿੱਚ ਡੁੱਬ ਜਾਂਦੇ ਥੋੜੇ ਚਿਰ ਲਈ। ਹੁਣ ਜੇ ਉਹੀ ਮੂਵੀ, ਉਹ ਨਹੀਂ, ਹੋਰ ਮੂਵੀ ਤੁਹਾਡੇ ਆਪਣੇ ਦਿਮਾਗ ਵਿੱਚ ਚੱਲ ਰਹੀ ਆ ਤੇ ਜਿਹੜਾ ਮੇਨ ਕੈਰੈਕਟਰ ਆ ਉਹ ਤੁਹਾਡੇ ਵਾਂਗਰ ਲੱਗ ਰਿਹਾ, ਮੇਨ ਕੈਰੈਕਟਰ ਦਾ ਨਾਂ ਵੀ ਤੁਹਾਡੇ ਨਾਲ ਦਾ ਆ, ਉਹਦੇ ਲਾਈਫ ਐਕਸਪੀਰੀਅੰਸ ਵੀ ਤੁਹਾਡੇ ਹੀ ਆ, ਤਾਂ ਫਿਰ ਉਹ ਫਿਲਮ ਦੇ ਵਿੱਚ ਤਾਂ ਆਪਾਂ ਡੁੱਬਣਾ ਹੀ ਡੁੱਬਣਾ। ਜੇ ਆਪਾਂ ਮੋਰਲੀ ਸੀਟ 'ਚ ਬੈਠੇ ਹਾਂ ਤਾਂ ਉਹਦੇ ਨਾਲ ਜੁੜੇ ਹੋਏ ਹਾਂ। ਪਿਛਲੀ ਸੀਟ 'ਚ ਬੈਠੋ, ਡਿਸਟੈਂਸ ਬਣਾਵੋ, ਦਿਮਾਗ ਨੂੰ, ਦਿਲ ਨੂੰ ਖੁੱਲ੍ਹਾ ਰੱਖੋ, ਤਾਂ ਜੋ ਆ ਰਿਹਾ ਉਹਨੂੰ ਦੇਖੀ ਜਾਓ, ਉਹਨੂੰ ਜੱਜ ਨਾ ਕਰੋ। ਉਹਨੇ ਆਉਣਾ ਤਾਂ ਉਹਨੇ ਜਾਣਾ। ਜਿੰਨਾ ਤੁਸੀਂ ਕਰੋਗੇ, ਜਿੰਨਾ ਪ੍ਰੈਕਟਿਸ ਕਰੋਗੇ, ਉਨਾ ਤੁਹਾਨੂੰ ਅੰਦਰੋਂ ਸਕੂਨ ਆਊਗਾ। ਤਾਂ ਜਿਹੜੀ ਇਹ ਪ੍ਰੈਕਟਿਸ ਆ, ਫਰਜ਼ ਕਰੋ ਤੁਸੀਂ ਇੱਕ ਮਸਲ ਬਣਾ ਰਹੇ ਆ, ਪਹਿਲੀ ਵਾਰ ਤੁਸੀਂ ਜਿਮ 'ਚ ਜਾਓਗੇ, ਐਡਾ ਵੱਡਾ ਡੋਲਾ ਤਾਂ ਨਹੀਂ ਬਣਨਾ ਹੈ, ਜਾਓਗੇ ਬਾਰ-ਬਾਰ, ਰੋਜ਼ ਜਾਓਗੇ, ਅੱਧਾ ਘੰਟਾ ਐਕਸਰਸਾਈਜ਼ ਕਰੋਗੇ, 6 ਮਹੀਨਿਆਂ 'ਚ, 3 ਮਹੀਨਿਆਂ 'ਚ ਵੱਡਾ ਹੋਣ ਲੱਗ ਪਊਗਾ। ਸੇਮ ਐਜ਼ ਦਿਸ, ਜਿੰਨਾ ਤੁਸੀਂ ਡਿਸਟੈਂਸ ਕਰੋਗੇ ਆਪਣੀਆਂ ਸੋਚਾਂ ਤੋਂ, ਉਹਨਾਂ ਨੂੰ ਦੇਖੋਗੇ, ਫੀਲਿੰਗਸ ਨੂੰ ਦੇਖੋਗੇ, ਲਾਈਫ ਦੇ ਅਸਰਾਂ ਨੂੰ ਦੇਖੋਗੇ, ਇਹ ਵੀ ਮਸਲਸ ਤਕੜਾ ਬਣ ਜਾਣਾ। ਇੰਨੀ ਐਨਰਜੀ ਨਹੀਂ ਲੱਗਣੀ ਇਸ ਚੀਜ਼ ਨੂੰ ਦੇਖਣ ਨੂੰ, ਤਾਂ ਅੰਦਰੋਂ ਸਕੂਨ ਵੀ ਆਊਗਾ, ਇਨਰ ਪੀਸ ਵੀ ਆਊਗਾ। ਇਹ ਸੀ ਸਾਡੇ ਅੱਜ ਦੇ ਦਿਲ ਦੀਆਂ ਗੱਲਾਂ, ਓਵਰ ਥਿੰਕਿੰਗ ਬਾਰੇ ਤਾਂ ਇਨਰ ਪੀਸ ਬਾਰੇ, ਜੋ ਅੰਦਰੋਂ ਆਪਾਂ ਸਕੂਨ ਮਹਿਸੂਸ ਕਰ ਸਕਦੇ ਹਾਂ। ਮੈਂ ਹਾਂ ਰਮਨ ਗਿੱਲ, ਕਲੀਨਿਕਲ ਕਾਉਂਸਲਰ। ਅਗਲੇ ਹਫਤੇ ਦਿਲ ਦੀਆਂ ਗੱਲਾਂ ਮਾਈਂਡਫੁਲ ਮੰਡੇਜ਼ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ।